ਹੁਣ ਵੋਟ ਮੰਗਣ ਆਏ ਹੋ, ਸਪੈਸ਼ਲੀ ਲੋਕਾਂ ਨੂੰ ਫਿਰ ਇੱਕ ਵਾਰ ਆਪਣਾ ਕਿਤੇ 5 ਸਾਲਾਂ ਦੇ ਕੰਮ ਦੱਸ ਕੇ ਆ ਰਹੇ ਹੋ, ਫਿਰ ਕਹਿ ਰਹੇ ਹੋ ਕਿ ਵੋਟ ਸਾਨੂੰ ਪਾਓ, ਤਾਂ ਲੋਕ ਇਸ ਵਾਰ ਤੁਹਾਡੇ ਤੇ ਭਰੋਸਾ ਕਿਉਂ ਕਰਨ? ਇਹ ਜਿਹੜੇ 5 ਸਾਲ ਨਿਕਲੇ ਨੇ, ਜਿੰਨੇ ਕੰਮ ਮੇਰੇ ਕੋਲ ਹੁੰਦੇ, ਚਾਹੇ ਉਹ ਐਮਪੀ ਫੰਡ ਦੁਆਰਾ ਕਰਾਏ ਗਏ, ਚਾਹੇ ਵਿਧਾਨ ਸਭਾ 'ਚ ਕੁਐਸਚਨ ਲਗਾ ਕੇ ਪੈਸੇ ਲਿੱਤੇ ਗਏ, ਚਾਹੇ ਨਿਆੜੀ ਕਾਲਜ ਦਾ ਮਸਲਾ ਸੀ ਜਿਹੜਾ ਮੈਂ ਆਪਣੇ ਟਾਈਮ ਪਾਸ ਕਰਾਇਆ, ਉਹ ਸਾਰੇ ਕੰਮ ਮੈਂ ਸਰਕਾਰ 'ਚ ਕਰਾਇਆ। ਅੱਜ ਬੀਜੇਪੀ ਦੀ ਸਥਿਤੀ ਬੜੀ ਹੋਰ ਤਰ੍ਹਾਂ ਦੀ ਹੋਈ ਪਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਬੀਜੇਪੀ ਅਕਾਲੀ ਦਲ ਤੋਂ ਅੱਡ ਹੋ ਕੇ ਮੈਦਾਨ ਦੇ ਵਿੱਚ ਹੈ। ਹੁਣ ਕਿੰਨੀ ਕੁ ਵੱਡੀ ਚੁਣੌਤੀ ਹੈ ਤੁਹਾਡੇ ਲਈ? ਹੁਣ ਕਿੰਨਾ ਕੁ ਵੱਡਾ ਚੈਲੰਜ ਹੋ ਗਿਆ ਤੁਹਾਡੇ ਲਈ? ਠੀਕ ਹੈ, ਕੋਈ ਕਮੀਆਂ ਪਿੱਛੀਆਂ ਰਹੀਆਂ ਹੋਣਗੀਆਂ ਕਿ ਅਸੀਂ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ। ਮੁਕਾਬਲਾ ਵੀ ਬੜਾ ਦਿਲਚਸਪ ਹੋਣ ਜਾ ਰਿਹਾ। ਤੁਹਾਡੇ ਹਲਕੇ ਦੇ ਲੋਕ ਕਹਿੰਦੇ ਨੇ, ਕਹਿੰਦੇ ਹੋ ਸਕਦਾ ਨਰੇਸ਼ ਪੁਰੀ ਆਪਣੇ ਪਿਤਾ ਦੀ ਹਾਰ ਦਾ ਬਦਲਾ ਤੁਹਾਡੇ ਕੋਲ ਲੈਣ ਔਰ ਤੁਹਾਨੂੰ ਇਸ ਵਾਰ ਵਿਧਾਨ ਸਭਾ 'ਚ ਨਾ ਪਹੁੰਚਣ। ਪਹਿਲਾ ਚੁਣਾਵ ਮੈਂ 324 ਵੋਟਾਂ ਨਾਲ ਜਿੱਤਿਆ, ਦੂਸਰਾ 24,000 ਨਾਲ, ਤੀਸਰਾ 18,400 ਨਾਲ। ਬੀਜੇਪੀ ਦਾ ਗ੍ਰਾਫ ਵਧਿਆ ਘਟਿਆ। ਜਿੱਥੇ ਤੱਕ ਨਰੇਸ਼ ਪੁਰੀ ਦੀ ਗੱਲ ਹੈ, ਠੀਕ ਆ, ਉਹ ਵੀ ਮਿਹਨਤ ਕਰਨ, ਪਰ ਜਿੰਨੀ ਮਿਹਨਤ ਬੀਜੇਪੀ ਦਾ ਵਰਕਰ ਕਰ ਸਕਦਾ ਕੋਈ ਨਹੀਂ ਕਰ। ਕੀ ਲੱਗ ਰਿਹਾ ਤੁਹਾਨੂੰ ਤੁਹਾਡੇ ਉਮੀਦਵਾਰ ਇਸ ਵਾਰ ਫਿਰ ਵਿਧਾਨ ਸਭਾ 'ਚ ਬੈਠੇ ਨਜ਼ਰ ਆਣਗੇ ਤੁਹਾਨੂੰ? ਤੁਸੀਂ भी सुजानपुर पूरा घूम के देखा ਇਹਨਾਂ ਤੋਂ ਲੋਕਪ੍ਰਿय ਧਰਤੀ ਪੁੱਤਰ और ਜ਼ਮੀਨ ਦੇ ਨਾਲ ਜੁੜਾ ਹੋਇਆ ਨੇਤਾ ਤੁਹਾਨੂੰ ਕੋਈ ਨਹੀਂ ਨਜ਼ਰ ਆਏਗਾ। ਵੀਹ ਫਰਵਰੀ ਨੂੰ ਪੰਜਾਬ ਦੇ ਲੋਕ ਅਗਲੀ ਸਰਕਾਰ ਚੁਣਨ ਜਾ ਰਹੇ ਨੇ ਔਰ ਨੇਤਾ ਜੀ ਮੈਦਾਨ 'ਚ ਆ ਗਏ ਨੇ। ਇਸੇ ਕਰਕੇ ਦੈਨਿਕ ਸਵੇਰਾ ਇੱਕ ਖਾਸ ਪ੍ਰੋਗਰਾਮ ਲੈ ਕੇ ਆਇਆ ਹੈ, ਆ ਗਏ ਨੇਤਾ ਜੀ। ਅੱਜ ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਕੁਮਾਰ ਬੱਬੂ ਨੇ। ਇਹਨਾਂ ਕੋਲ ਆਪਾਂ ਇਸ ਕਰਕੇ ਆਏ ਹਾਂ ਕਿਉਂਕਿ ਦਿਨੇਸ਼ ਕੁਮਾਰ ਬੱਬੂ 2017 ਦੇ ਵਿੱਚ ਬੀਜੇਪੀ ਦੀ ਸੀਟ ਟਿਕਟ ਤੋਂ ਇੱਥੋਂ ਇਲੈਕਸ਼ਨ ਜਿੱਤਦੇ ਨੇ, ਲਗਾਤਾਰ ਤੀਜੀ ਵਾਰ ਐਮਐਲਏ ਬਣਦੇ ਨੇ। ਇੱਕ ਸੀਟ ਸੁਜਾਨਪੁਰ ਤੋਂ ਇਹਨਾਂ ਨੇ ਬੀਜੇਪੀ ਦੇ ਖਾਤੇ 'ਚ ਪਾਈ ਔਰ ਜਿਸ ਤਰ੍ਹਾਂ ਇਹ ਬਾਰਡਰ ਦਾ ਏਰੀਆ ਹੈ, ਆਖਰੀ ਸ਼ਹਿਰ ਹੈ, ਆਖਰੀ ਕੌਂਸਟੀਟੂਐਂਸੀ ਹੈ ਪੰਜਾਬ ਦੀ। ਇਸੇ ਤਰ੍ਹਾਂ ਅਬੋਹਰ ਆਖਰੀ ਕੌਂਸਟੀਟੂਐਂਸੀ ਹੈ, ਉੱਥੋਂ ਵੀ ਬੀਜੇਪੀ ਦੇ ਉਮੀਦਵਾਰ ਐਮਐਲਏ ਬਣਦੇ ਨੇ ਅਰੁਣ ਨਾਰੰਗ। ਸਿਰਫ ਦੋ ਹੀ ਵਿਧਾਇਕ 2017 ਚ ਮਿਲਦੇ ਨੇ ਬੀਜੇਪੀ ਨੂੰ 2017 ਦੀ ਵਿਧਾਨ ਸਭਾ ਦੇ ਲਈ। ਔਰ ਅੱਜ ਦਿਨੇਸ਼ ਬੱਬੂ ਹੁਣਾਂ ਨਾਲ ਹੀ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਐਮਐਲਏ ਸਾਹਿਬ ਨੇ। ਐਮਐਲਏ ਸਾਹਿਬ ਤੁਸੀਂ ਆ ਗਏ ਹੋ, ਆ ਗਏ। ਨੇਤਾ ਜੀ ਪ੍ਰੋਗਰਾਮ ਦਾ ਨਾਮ ਵੀ ਰੱਖਿਆ ਸਵੇਰਾ ਪਰਿਵਾਰ ਦਾ ਬਹੁਤ ਬਹੁਤ ਸਵਾਗਤ। ਔਰ ਸੁਜਾਨਪੁਰ 'ਚ ਭਾਰਤੀ ਜਨਤਾ ਪਾਰਟੀ ਚੌਥੀ ਵਾਰ ਜਿਹੜੀ ਆ ਉਹ ਜਿੱਤਣ ਜਾ ਰਹੀ ਹੈ। ਮੈਂ ਵੀ ਪੁੱਛ ਰਿਹਾ ਸੀਗਾ ਕਿ ਨੇਤਾ ਜੀ ਤੁਸੀਂ ਆ ਤੇ ਗਏ ਹੋ ਮੈਦਾਨ 'ਚੋਂ, ਵੈਸੇ ਵੀ ਮੈਦਾਨ 'ਚ ਹੀ ਰਹਿੰਦੇ ਸੀਗੇ, ਲੋਕਾਂ 'ਚ ਰਹਿੰਦੇ ਹੋਗੇ, ਪਰ ਜਦੋਂ ਤੁਸੀਂ ਹੁਣ ਵੋਟ ਮੰਗਣ ਆਏ ਹੋ, ਸਪੈਸ਼ਲੀ ਲੋਕਾਂ ਨੂੰ ਫਿਰ ਇੱਕ ਵਾਰ ਆਪਣਾ ਕਿਤੇ 5 ਸਾਲਾਂ ਦੇ ਕੰਮ ਦੱਸ ਕੇ ਆ ਰਹੇ ਹੋ, ਫਿਰ ਕਹਿ ਰਹੇ ਹੋ ਕਿ ਵੋਟ ਸਾਨੂੰ ਪਾਓ, ਤਾਂ ਲੋਕ ਇਸ ਵਾਰ ਤੁਹਾਡੇ ਤੇ ਭਰੋਸਾ ਕਿਉਂ ਕਰਨ? ਦੇਖੋ, ਜਿੰਨੇ ਕੰਮ ਪਿਛਲੇ 10 ਸਾਲ 'ਚ ਹੋਏ ਨਾ ਜੀ, ਉਹਨੇ ਸ਼ਾਇਦ ਹੀ 60 ਸਾਲ 'ਚ ਹੋਏ ਹੋ। ਔਰ ਇਹ ਜਿਹੜੇ 5 ਸਾਲ ਨਿਕਲੇ ਨੇ, ਜਿੰਨੇ ਕੰਮ ਮੇਰੇ ਕੋਲ ਹੁੰਦੇ, ਚਾਹੇ ਉਹ ਐਮਪੀ ਫੰਡ ਦੁਆਰਾ ਕਰਾਏ ਗਏ, ਚਾਹੇ ਵਿਧਾਨ ਸਭਾ 'ਚ ਕੁਐਸਚਨ ਲਗਾ ਕੇ ਪੈਸੇ ਲਿੱਤੇ ਗਏ, ਚਾਹੇ ਨਿਆੜੀ ਕਾਲਜ ਦਾ ਮਸਲਾ ਸੀ ਜਿਹੜਾ ਮੈਂ ਆਪਣੇ ਟਾਈਮ ਪਾਸ ਕਰਾਇਆ, ਉਹ ਸਾਰੇ ਕੰਮ ਮੈਂ ਸਰਕਾਰ 'ਚ ਕਰਾਏ। ਲੇਕਿਨ ਇਹ 5 ਸਾਲ ਜਿਹੜੀ ਸਰਕਾਰ ਕਾਂਗਰਸ ਦੀ, ਇਹਦੇ 'ਚ ਕੋਈ ਕੰਮ ਨਹੀਂ ਹੋਇਆ। ਕੋਈ ਇੱਕ ਕੰਮ ਮੈਨੂੰ ਦੱਸ ਦਿਓ ਕਿ ਸੁਜਾਨਪੁਰ 'ਚ ਇਹ ਕੰਮ ਹੋਇਆ। ਮੈਂ ਦੱਸ ਸਕਦਾ, ਕਾਲਜ ਬਣਿਆ ਜੀ, ਨਿਆੜੀ ਆਈਟੀ ਕਾਲਜ ਮਨਜ਼ੂਰ ਹੋਇਆ, ਪਠਾਨਕੋਟ ਜ਼ਿਲ੍ਹਾ ਬਣਿਆ, ਵੈਟਰਨਰੀ ਹਸਪੀਟਲ ਬਣਿਆ, ਆਪਣੇ ਲੀਚੀ ਜ਼ੋਨ ਬਣਿਆ, 60-65 ਸੜਕਾਂ ਨਵੀਆਂ ਬਣੀਆਂ, ਇਹਨਾਂ ਕੋਲ ਤਾਂ ਰਿਪੇਅਰ ਵੀ ਨਹੀਂ ਹੋਈਆਂ। ਇਸ ਕਰਕੇ ਬਹੁਤ ਜ਼ਿਆਦਾ ਕੰਮ ਹੋਏ। ਔਰ ਵੱਡੇ ਐਗਰੀਕਲਚਰ ਦੇ ਬੋਰ ਲੱਗੇ, ਪੀਣ ਵਾਲੇ ਪਾਣੀ ਦੇ 300 ਦੇ ਕਰੀਬ ਪਿਛਲੀ ਸਰਕਾਰ 'ਚ ਬੋਰ ਲੱਗੇ। ਇਸ ਵਾਰੀ ਕੁਝ ਵੀ ਨਹੀਂ ਹੈ। ਤੁਸੀਂ ਕਿਸਾਨਾਂ ਦੀ ਗੱਲ ਵੀ ਕਰ ਰਹੇ ਹੋ, ਐਗਰੀਕਲਚਰ ਦੀ ਵੀ ਗੱਲ ਕਰ ਰਹੇ ਹੋ, ਕਿਉਂਕਿ ਤੀਜੀ ਵਾਰ ਤੁਸੀਂ ਵੀ ਐਮਐਲਏ ਬਣ ਚੁੱਕੇ ਹੋ, ਚੌਥੀ ਵਾਰ ਫਿਰ ਮੈਦਾਨ ਦੇ ਵਿੱਚ ਹੋ। ਐਂਟੀ ਇਨਕੰਬੈਂਸੀ ਫੈਕਟਰ ਵੀ ਇੱਕ ਹੁੰਦਾ। ਔਰ ਜਦੋਂ ਮੈਂ ਸਟਾਰਟਿੰਗ ਕੀਤੀ, ਜ਼ਿਕਰ ਕੀਤਾ ਕਿ ਇਹ ਪੰਜਾਬ ਦਾ ਆਖਰੀ ਸ਼ਹਿਰ ਸੀਗਾ ਸੁਜਾਨਪੁਰ, ਇੱਥੋਂ ਇੱਕ ਬੀਜੇਪੀ ਨੂੰ ਐਮਐਲਏ ਮਿਲਦੇ ਨੇ, ਫਿਰ ਅਬੋਹਰ ਤੋਂ ਇੱਕ ਐਮਐਲਏ ਮਿਲਦੇ ਨੇ, ਉਹ ਵੀ ਪੰਜਾਬ ਦਾ ਆਖਰੀ ਸ਼ਹਿਰ ਹੁੰਦਾ। ਸੁਜਾਨਪੁਰ ਤੋਂ ਲੈ ਕੇ ਅਬੋਹਰ ਤੱਕ ਬੀਜੇਪੀ ਦੇ ਖਾਤੇ 'ਚ ਕੁਝ ਵੀ ਨਹੀਂ ਆਇਆ। ਇਹ 2017 ਦੀ ਸਥਿਤੀ ਸੀਗੀ। ਅੱਜ ਬੀਜੇਪੀ ਦੀ ਸਥਿਤੀ ਬੜੀ ਹੋਰ ਤਰ੍ਹਾਂ ਦੀ ਹੋਈ ਪਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਬੀਜੇਪੀ ਅਕਾਲੀ ਦਲ ਤੋਂ ਅੱਡ ਹੋ ਕੇ ਮੈਦਾਨ ਦੇ ਵਿੱਚ ਹੈ। ਹੁਣ ਕਿੰਨੀ ਕੁ ਵੱਡੀ ਚੁਣੌਤੀ ਹੈ ਤੁਹਾਡੇ ਲਈ? ਹੁਣ ਕਿੰਨਾ ਕੁ ਵੱਡਾ ਚੈਲੰਜ ਹੋ ਗਿਆ ਤੁਹਾਡੇ ਲਈ? ਇੱਕ ਵਾਰ 3 ਵਾਰ ਤਾਂ ਵੈਸੇ ਤੁਸੀਂ ਆਪਣਾ ਰਿਪੋਰਟ ਕਾਰਡ ਵੀ ਲੈ ਕੇ ਜਾ ਰਹੇ ਹੋ, ਐਂਟੀ ਇਨਕੰਬੈਂਸੀ ਫੈਕਟਰ ਵੀ, ਔਰ ਤੁਹਾਡੀ ਪਾਰਟੀ ਵੀ ਇੰਨੀ ਸਟਰੋਂਗ ਨਹੀਂ ਹੈਗੀ ਅਜੇ। ਦੇਖੋ, ਸੁਜਾਨਪੁਰ 'ਚ ਪਿਛਲੀ ਵਾਰੀ 18,400 ਵੋਟਾਂ ਨਾਲ ਭਾਰਤੀ ਜਨਤਾ ਪਾਰਟੀ ਜਿੱਤੀ ਹੈ, ਜਿਸ ਲਈ ਕਾਂਗਰਸ ਦੀ ਹਵਾ ਹੀ ਨੇਰੀ ਚੱਲੇ ਕਰਦੀ। ਪੂਰੇ ਪੰਜਾਬ 'ਚ 3 ਬੀਜੇਪੀ ਦੇ ਵਿਧਾਇਕ ਜਿਹੜੇ ਉਹ ਬਣੇ।
ਲੇਕਿਨ ਉਸ ਤੋਂ ਉਹਦੇ ਬਾਵਜੂਦ ਵੀ ਸੁਜਾਨਪੁਰ 'ਚ ਭਾਰਤੀ ਜਨਤਾ ਪਾਰਟੀ 18,400 ਵੋਟਾਂ ਨਾਲ ਜਿੱਤੀ ਹੈ, ਥੋੜੀ ਵੋਟਾਂ ਨਾਲ ਜਿੱਤੀ। ਔਰ ਸੁਜਾਨਪੁਰ 'ਚ ਬੀਜੇਪੀ ਦਾ ਵਰਕਰ ਜਿਹੜਾ ਜੀ ਉਹ ਦਿਨ ਰਾਤ ਕਰਦਾ, ਮਿਹਨਤ ਕਰਦਾ। ਔਰ ਉਹ ਜਿਸਲੇ ਚੁਣਾਵ ਆਉਂਦਾ ਸਾਰੇ ਜਿਹੜੇ ਕੋਈ ਕਮੀਆਂ ਪਿਛੀਆਂ ਭੁੱਲ ਗਏ ਨਾ ਜੀ, ਉਹ ਪਾਰਟੀ ਦੇ ਨਾਲ ਚੱਲਦਾ ਕਰਦਾ। ਔਰ ਮੈਂ ਲਗਾਤਾਰ ਪਿਛਲੇ 3 ਮਹੀਨੇ ਤੋਂ ਸੁਜਾਨਪੁਰ 'ਚ ਚੱਕਰ ਲਗਾਇਆ ਕਰਦਾ, ਕੋਈ ਮੁਸ਼ਕਲ ਨਹੀਂ ਆਇਆ ਕਰਦੀ। ਇੱਥੇ ਤੇ ਨਹੀਂ ਜੋ ਕਿਸਾਨ ਅੰਦੋਲਨ ਦਾ ਫੈਕਟਰ ਸੀਗਾ, ਕਿਉਂਕਿ ਇਹ ਪਠਾਨਕੋਟ ਬੈਲਟ ਆਪਾਂ ਮੰਨਦੇ ਹਾਂ ਕਿ ਬੀਜੇਪੀ ਦੀ ਇੱਕ ਸਟਰੋਂਗ ਬੈਲਟ ਹੈ। ਸੁਜਾਨਪੁਰ ਉਸੇ ਜ਼ਿਲ੍ਹੇ ਦੇ ਵਿੱਚੋਂ ਹਲਕਾ ਆਉਂਦਾ, ਤੇ ਕਿੰਨਾ ਕੁ ਤੁਸੀਂ ਪਰਸਨਲੀ ਕਿੰਨਾ ਕੁ ਮਹਿਸੂਸ ਕਰਦੇ ਹੋ? ਕਿਉਂਕਿ ਬੇਸ਼ੱਕ ਕਾਨੂੰਨ ਵਾਪਸ ਲਏ ਤੁਹਾਡੀ ਪਾਰਟੀ ਨੇ, ਪਰ ਬੜੀ ਦੇਰ ਲੱਗ ਗਈ। ਉਹਦਾ ਤੁਹਾਨੂੰ ਖਮਿਆਜਾ ਤੇ ਨੇ ਜੋ ਫੀਲਡ 'ਚ ਨੇ, ਜੋ ਉਮੀਦਵਾਰ ਨੇ, ਉਹਨਾਂ ਨੂੰ ਖਮਿਆਜਾ ਤੇ ਨਹੀਂ ਭੁਗਤਣਾ ਪੈ ਰਿਹਾ? ਨਹੀਂ, ਐਸੀ ਕੋਈ ਗੱਲ ਨਹੀਂ। ਦੇਖੋ, ਜਿਸ ਵੇਲੇ ਕਿਸਾਨ ਅੰਦੋਲਨ ਥਾ ਉਸ ਵੇਲੇ ਵੀ ਮੈਂ ਪ੍ਰੋਗਰਾਮ ਕਰਦਾ ਰਿਹਾ ਸੁਜਾਨਪੁਰ 'ਚ, ਕਿਸੇ ਕੋਈ ਮੁਸ਼ਕਲ ਨਹੀਂ ਆਈ। ਔਰ ਠੀਕ ਹੈ, ਕੋਈ ਕਮੀਆਂ ਪਿਛੀਆਂ ਰਹੀਆਂ ਹੋਣਗੀਆਂ ਕਿ ਅਸੀਂ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ, ਅਦਰਵਾਈਜ਼ ਕੋਈ ਇਸ ਕਿਸਾਨ ਅੰਦੋਲਨ ਦਾ ਕੋਈ ਫਰਕ ਨਹੀਂ ਇਸ ਕਰਕੇ। ਹੁਣ ਸਥਿਤੀ ਕਿੱਦਾਂ ਦੀ ਲੱਗ ਰਹੀ ਹੈ ਤੁਹਾਨੂੰ? ਹੁਣ ਕਿਸਾਨਾਂ ਦਾ ਫੈਕਟਰ ਤੁਹਾਡੇ ਹਲਕੇ 'ਚ ਹੈਗਾ? ਕਿਸਾਨਾਂ ਨੇ ਆਪਣੀ ਪਾਰਟੀ ਵੀ ਬਣਾ ਲਈ, ਉਹ ਕਹਿੰਦੇ ਕਿ ਆਪਾਂ ਇਲੈਕਸ਼ਨ ਲੜਾਂਗੇ, ਆਪਾਂ ਬਦਲ ਦੇਵਾਂਗੇ ਲੋਕਾਂ ਨੂੰ, ਤੇ ਬੀਜੇਪੀ ਸਭ ਤੋਂ ਵੱਡੀ ਚੁਣੌਤੀ, ਬੀਜੇਪੀ ਦੇ ਲਈ ਉਹ ਸਭ ਤੋਂ ਵੱਡੀ ਚੁਣੌਤੀ ਨੇ। ਨਹੀਂ, ਦੇਖੋ, ਉਹਨਾਂ ਨੇ ਆਪਣੇ ਵੋਟ ਲੈਣੇ ਨੇ, ਬੀਜੇਪੀ ਨੇ ਆਪਣੀ ਵੋਟਾਂ ਲੈਣੀਆਂ। ਦੇਖੋ, ਬੀਜੇਪੀ ਨੂੰ 50,000 ਦੇ ਕਰੀਬ ਵੋਟਾਂ ਹਰ ਵਾਰੀ ਪੇ ਕਰਦੀਆਂ। ਔਰ ਅੱਜ ਵੀ ਚੁਣਾਵ ਹੋ ਜਾਏ ਤਾਂ 50,000, 55, 60,000 ਵੋਟ ਬੀਜੇਪੀ ਨੂੰ ਪੈਣਾ ਹੀ ਪੈਣਾ। ਜੇਕਰ ਇੰਨੀ ਹਵਾ 'ਚ ਬੀਜੇਪੀ ਨੂੰ 49,000 ਵੋਟ ਪਿਛਲੀ ਵਾਰੀ ਪਿਆ, ਤੇ ਹੁਣ ਮਤਲਬ ਤੁਸੀਂ ਦੇਖ ਲਓ ਹਵਾ ਕਾਂਗਰਸ ਦੀ ਨਹੀਂ। ਔਰ ਲਗਾਤਾਰ ਮੈਂ ਪਿੰਡਾਂ 'ਚ ਜਾਇਆ ਕਰਨਾ। ਉਹ ਦੇਖੋ, ਗੱਲ ਇਹ ਹੈ ਕਿ ਜਿਸ ਦਿਨ ਦੀ ਕਾਂਗਰਸ ਦੇ ਕੈਂਡੀਡੇਟ ਦੀ ਟਿਕਟ ਅਨਾਉਂਸ ਹੋਈ, ਉਸ ਤੋਂ ਦੇਖੋ ਤੁਸੀਂ ਕੀ ਹਾਲਾਤ ਕੇ ਨੇ। ਕਾਂਗਰਸ 'ਚ ਬਗਾਵਤ ਹੋਈ ਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਪਿਛਲੀ ਵਾਰੀ ਚੁਣਾਵ ਆਜ਼ਾਦ ਜਿੱਤਿਆ ਕੈਂਡੀਡੇਟ, ਔਰ ਚੁਣਾਵ ਆਜ਼ਾਦ ਲੜਿਆ, 2 ਵਾਰ ਲੜਿਆ, ਉਹਨੂੰ ਟਿਕਟ ਦੇ ਦਿੱਤੀ ਹੈ। ਇਸ ਕਰਕੇ ਅਜੇ ਤੇ ਸ਼ੁਰੂਆਤ ਹੈ, ਅੱਗੇ ਕਿ ਦੇਖੋ ਤੁਸੀਂ। ਤੁਹਾਡੇ ਲਈ ਨਾ ਔਖਾ ਹੋ ਜਾਵੇ, ਕਿਉਂਕਿ ਇੱਥੇ ਮੈਂ ਦੇਖ ਰਿਹਾ, ਮਹਿਸੂਸ ਕਰ ਰਿਹਾ ਕਿ ਇੱਥੇ ਹਵਾਵਾਂ ਠੰਡੀਆਂ ਤੇ ਬੜੀਆਂ ਨੇ, ਪਰ ਤੁਹਾਡੇ ਹਲਕੇ ਦੇ ਵਿੱਚ ਜਿਹੜੀ ਕਾਂਗਰਸ ਦੇ ਉਮੀਦਵਾਰ ਆਜ਼ਾਦ ਸੀਗੇ, ਪਹਿਲਾਂ ਲੜੇ 28,000 ਵੋਟ, 24,000 ਵੋਟ 2012 ਚ ਵੀ ਲੈ ਗਏ। ਸਟਰੋਂਗ ਕੈਂਡੀਡੇਟ ਜਿਨ੍ਹਾਂ ਨੇ ਆਜ਼ਾਦ ਨਹੀਂ 28,000 ਵੋਟ ਲੈ ਲਈ ਹੋਏ, ਉਹ ਕਾਂਗਰਸ ਦੇ ਉਮੀਦਵਾਰ ਨੇ। ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਅਮਿਤ ਕੁਮਾਰ, ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਵੀ ਐਲਾਨ ਦੇਗੀ। ਤਾਂ ਤੁਹਾਡੇ ਹਲਕੇ ਦਾ ਜਿਹੜਾ ਮੌਸਮ ਹੈ, ਇਹ ਸਿਆਸੀ ਮੌਸਮ ਤਾਂ ਗਰਮ ਹੋ ਗਿਆ ਨਾ। ਬੇਸ਼ੱਕ ਭਾਵੇਂ ਠੰਡ ਇੰਨੀ ਹੈ, ਤੁਹਾਡੇ ਸਮਰਥਕ ਅੱਗ ਸੇਕ ਰਹੇ ਨੇ, ਪਰ ਇਹ ਜਿਹੜਾ ਹੁਣ ਮੌਸਮ ਬਦਲਿਆ ਹੈ, ਇਹ ਤੁਹਾਡੇ ਲਈ ਤਾਂ ਇੱਕ ਵੱਡਾ ਚੈਲੰਜ ਹੋ ਗਿਆ। ਦੇਖੋ, ਕੋਈ ਚੈਲੰਜ ਨਹੀਂ, ਵਰਕਰ ਹਰ ਚੈਲੰਜ ਕਬੂਲ ਕਰਨ ਨੂੰ ਤਿਆਰ ਹੈ। ਔਰ ਵਰਕਰ ਜਿਸ ਤਰੀਕੇ ਨਾਲ ਮਿਹਨਤ ਕਰਦਾ ਨਾ, ਕਾਂਗਰਸ ਕੋਲ ਤਾਂ ਵਰਕਰ ਹੀ ਨਹੀਂ, ਕਾਂਗਰਸ ਕੋਲ ਸਿਰਫ ਲੀਡਰ ਨੇ। 32,000 ਵੋਟਾਂ ਨਾਲ ਸਨੀ ਦਿਓਲ ਜੀ ਇੱਥੋਂ ਜਿੱਤ ਕੇ ਗਏ ਨਾ, ਅਜੇ ਤਾਏ। ਔਰ ਵਰਕਰ ਦਿਨ ਰਾਤ ਮਿਹਨਤ ਕਰਦਾ। ਉਹਨਾਂ ਦੀ ਨਾਰਾਜ਼ਗੀ ਨਾ ਹੋ ਜਾਵੇ ਕਿੱਥੇ ਕਿ ਸਨੀ ਦਿਓਲ ਉਸ ਤੋਂ ਬਾਅਦ ਨਹੀਂ ਆਏ, ਤੁਹਾਡੇ ਦੇ ਲੋਕ ਨਾਰਾਜ਼ ਨਾ ਹੋ ਜਾਣ ਕਿ ਆਪਾਂ ਤੇ ਤੁਹਾਡੇ ਤੇ ਭਰੋਸਾ ਕਰਕੇ ਜਿਤਾਇਆ, ਐਮਪੀ ਵੀ ਜਿਤਾਇਆ, ਉਹ ਨਹੀਂ ਆਏ। ਮੈਂ ਤਾਂ ਹੀ ਬਾਤ ਪੁੱਛ ਰਿਹਾ ਕਿ ਕੁਝ ਤੇ ਚੁਣੌਤੀਆਂ ਤੁਹਾਡੇ ਅੱਗੇ ਵੀ ਹੋਣਗੀਆਂ। ਕੋਈ ਚੁਣੌਤੀ ਨਹੀਂ ਜੀ। ਨਰੇਸ਼ ਪੁਰੀ ਵੀ ਚੁਣੌਤੀ ਨਹੀਂ ਹੈ, ਕਾਂਗਰਸ ਦੇ ਕੈਂਡੀਡੇਟ ਨੇ। ਰਘੁਨਾਥ ਸਾਹੇਪੁਰੀ ਨੂੰ ਤੁਸੀਂ 2007 ਦੇ ਵਿੱਚ ਹਰਾਇਆ, 300 ਵੋਟਾਂ ਦੇ ਨਾਲ ਤੁਸੀਂ ਜਿੱਤ ਕੇ ਵਿਧਾਨ ਸਭਾ ਪਹੁੰਚਦੇ ਹੋ, ਲਗਾਤਾਰ ਤੀਜੀ ਵਾਰ ਐਮਐਲਏ ਬਣ ਗਏ ਹੋ, ਤਾਂ ਹੁਣ ਉਹ ਕਾਂਗਰਸ ਦੀ ਟਿਕਟ ਤੇ ਹੀ ਆ ਰਹੇ ਨੇ। ਇਹ ਤਾਂ ਬੜਾ ਮੁਕਾਬਲਾ ਵੀ ਬੜਾ ਦਿਲਚਸਪ ਹੋਣ ਜਾ ਰਿਹਾ। ਤੁਹਾਡੇ ਹਲਕੇ ਦੇ ਲੋਕ ਕਹਿੰਦੇ ਨੇ, ਕਹਿੰਦੇ ਹੋ ਸਕਦਾ ਨਰੇਸ਼ ਪੁਰੀ ਆਪਣੇ ਪਿਤਾ ਦੀ ਹਾਰ ਦਾ ਬਦਲਾ ਤੁਹਾਡੇ ਕੋਲ ਲੈਣ ਔਰ ਤੁਹਾਨੂੰ ਇਸ ਵਾਰ ਵਿਧਾਨ ਸਭਾ 'ਚ ਨਾ ਪਹੁੰਚਣ ਦੇਣ। ਦੇਖੋ, ਕੋਈ ਚੁਣੌਤੀ ਨਹੀਂ। ਪਹਿਲਾ ਚੁਣਾਵ ਮੈਂ 324 ਵੋਟਾਂ ਨਾਲ ਜਿੱਤਿਆ, ਦੂਸਰਾ 24,000 ਨਾਲ, ਤੀਸਰਾ 18,400 ਨਾਲ। ਬੀਜੇਪੀ ਦਾ ਗ੍ਰਾਫ ਵਧਿਆ ਘਟਿਆ ਨਹੀਂ ਕਰਕੇ। ਔਰ ਜਿੱਥੋਂ ਤੱਕ ਨਰੇਸ਼ ਪੁਰੀ ਦੀ ਗੱਲ ਹੈ, ਠੀਕ ਆ, ਉਹ ਵੀ ਮਿਹਨਤ ਕਰਦਾ, ਪਰ ਜਿੰਨੀ ਮਿਹਨਤ ਬੀਜੇਪੀ ਦਾ ਵਰਕਰ ਕਰ ਸਕਦਾ ਕੋਈ ਨਹੀਂ ਕਰ ਸਕਦਾ। ਔਰ ਮੈਂ ਸਲਾਮ ਕਰਨਾ ਬੀਜੇਪੀ ਦੇ ਵਰਕਰ ਨੂੰ, ਜਿਹੜੇ ਮਤਲਬ ਇੰਨੀ ਹਨੇਰੀ 'ਚ ਵੀ ਪਿਛਲੇ ਸਾਲ ਚੁਣਾਵ ਹੋਇਆ, ਤੀਸਰਾ ਵਾਰ ਲੜਿਆ, ਉਹਦੇ 'ਚ ਤਾਂ ਲਗਾਤਾਰ ਮਤਲਬ ਸਾਹਮਣੇ ਆ ਕੇ ਤਾਂ ਹੀ ਕਾਂਗਰਸ ਸਰਕਾਰ ਆਈ ਦੀ, ਉਹਦੇ ਬਾਵਜੂਦ ਵੀ 18,400 ਵੋਟਾਂ ਨਾਲ ਸੀਟ ਕੱਢ ਕੇ ਲੈ ਗਏ। ਅਸੀਂ ਇਹ ਜਿਹੜਾ ਆ ਗਏ ਨੇਤਾ ਜੀ ਪ੍ਰੋਗਰਾਮ, ਇਸ ਕਰਕੇ ਮੈਂ ਸੁਜਾਨਪੁਰ ਅੱਜ ਚੁਣਿਆ ਕਿ ਤੁਹਾਡੇ ਨਾਲ ਮੁਲਾਕਾਤ ਕਰੀਏ, ਕਿ ਸਮਝੀਏ ਕਿ ਬੀਜੇਪੀ ਅੱਜ ਕਿੱਥੇ ਸਟੈਂਡ ਹੋ ਰਹੀ ਹੈ। ਜਦੋਂ ਆਪਾਂ ਮਾਲਵਾ ਜਾਂ ਦੁਆਬੇ ਦੇ ਕੁਝ ਇਲਾਕਿਆਂ ਦੇ ਵਿੱਚ ਜਾਂਦੇ ਹਾਂ, ਉੱਥੇ ਬੀਜੇਪੀ ਦੁਬਾਰਾ ਤੋਂ ਆਪਣੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਤੋਂ ਵੱਡੇ ਨੇਤਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ, ਔਰ ਅਕਾਲੀ ਦਲ ਤੋਂ ਬਿਨਾਂ ਇਸ ਵਾਰ ਮੈਦਾਨ 'ਚ। ਮੈਂ ਇਸ ਕਰਕੇ ਮਹਿਸੂਸ ਕਰਨਾ ਚਾਹੁੰਦਾ ਤੁਹਾਡੇ ਸ਼ਬਦਾਂ ਦੇ ਜ਼ਰੀਏ ਕਿ ਬੀਜੇਪੀ ਕਿਸ ਤਰ੍ਹਾਂ ਸਟਰੋਂਗ ਹੈ, ਇੱਥੇ ਕਿਵੇਂ ਸਟਰੋਂਗ ਹੈ। ਤੁਸੀਂ ਕਹਿ ਰਹੇ ਹੋ ਕਿ ਇੱਥੇ ਦਾ ਵਰਕਰ ਬਹੁਤ ਸਟਰੋਂਗ ਹੈ, ਔਰ ਪਾਰਟੀ ਜੇ ਆਪਾਂ ਸੁਜਾਨਪੁਰ ਤੋਂ ਜਾਂ ਪਠਾਨਕੋਟ ਤੋਂ ਥੋੜਾ ਪਰਾਂ ਚਲੇ ਜਾਈਏ ਤਾਂ ਪਾਰਟੀ ਲਈ ਬਹੁਤ ਔਖੀ ਘੜੀ ਹੈ ਇਸ ਵੇਲੇ। ਤਾਂ ਇੱਥੇ ਕੀ ਰਾਜ ਕੀ ਹੈ? ਵੀ ਦਿਨੇਸ਼ ਬੱਬੂ ਦੇ ਕੋਲ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਹੈ ਕਿ ਵਰਕਰ ਵੀ ਚਾਰਜ ਰੱਖੇ ਨੇ, ਕਹਿੰਦੇ ਕਿ ਮੈਂ ਤਾਂ ਸੀਟ ਕੱਢੂੰਗਾ।
ਵਰਕਰ ਦੇਖੋ ਅਸੀਂ ਸਵੇਰੇ 6 ਵਜੇ ਬੈਠਦੇ ਹਾਂ, ਹਰ ਵਰਕਰ ਦਾ ਮਾਨ ਸਨਮਾਨ ਕਰ ਰਹੇ ਹਾਂ, ਕੋਈ ਮੁਸ਼ਕਲ ਨਹੀਂ। ਔਰ ਦੇਖੋ 4 ਵਾਰੀ ਕਾਂਗਰਸ ਦੇ ਜਿਹੜੇ ਐਮਐਲਏ ਜਿੱਤੇ ਨੇ ਉਹ ਬੀਜੇਪੀ 'ਚ ਆਏ ਕਰਦੇ, ਕਿਉਂ ਆਏ ਕਰਦੇ? ਉਹਨਾਂ ਨੂੰ ਕੋਈ ਬੀਜੇਪੀ 'ਚ ਖੂਬੀ ਲੱਗਿਆ ਕਰਦੀ ਹੈ, ਉਹਨਾਂ ਨੂੰ ਲੱਗਿਆ ਕਰਦਾ ਕਿ ਸਰਕਾਰ ਜਿਹੜੀ ਬੀਜੇਪੀ ਦੀ ਆਏ ਕਰਦੀ, ਇਸ ਕਰਕੇ ਆਏ ਕਰਦੇ ਨੇ। ਕੋਈ ਦੁਬਦੀ ਨਾਮ ਥੋੜਾ ਬੈਠਦਾ, ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ। ਕਿਵੇਂ ਆਊਗੀ ਸਰਕਾਰ, ਤੁਸੀਂ ਕਿਵੇਂ ਮਹਿਸੂਸ ਕਰਦੇ? ਸਾਹਮਣੇ ਆਣੀ ਦੇਖੋ, ਪਠਾਨਕੋਟ ਜਿੱਤੇ ਕਰਨੇ ਆ, ਭੋਆ ਜਿੱਤੇ ਕਰਨੇ ਆ, ਸੁਜਾਨਪੁਰ ਜਿੱਤੇ ਕਰਨੇ ਆ। 60 ਸੀਟਾਂ ਦੇ ਕੋਲ ਚਾਹੀਦੀ ਸਰਕਾਰ ਬਣਾਉਣ ਲਈ। ਯਾਰ ਆਪਣਾ ਘਰ ਪਹਿਲੇ ਜਿੱਤ ਕੇ ਚਲੀਏ, ਸਾਰੀ ਜਿੱਤ ਲੈਣੀਆਂ। ਇੱਕ ਸੀਟ ਜਿੱਤ ਕੇ ਜਾਵਾਂਗੇ, 1 ਨੰਬਰ ਸੀਟ ਸੁਜਾਨਪੁਰ ਹੈ, ਇਹ ਜਿੱਤ ਕੇ ਜਾਵਾਂਗੇ, ਉਹਦੇ ਬਾਅਦ 2 ਨੰਬਰ ਜਿੱਤ ਕੇ ਜਾਵਾਂਗੇ, ਤੇ ਸਾਰੀ ਜਿੱਤ ਕੇ ਜਾਵਾਂਗੇ। ਲੋਕਾਂ ਦੇ ਅੰਦਰ ਇਹ ਵੀ ਸਵਾਲ ਹੋਊਗਾ ਨਾ ਕਿ ਆਪਾਂ ਦਿਨੇਸ਼ ਕੁਮਾਰ ਬੱਬੂ ਤੇ ਯਕੀਨ ਕੀਤਾ, ਬੇਸ਼ੱਕ ਤੁਸੀਂ ਉਹਨਾਂ ਦੇ ਮਨਪਸੰਦ ਦੇ ਨੇਤਾ ਹੋਵੋਗੇ, ਪਰ ਲੋਕ ਕਹਿੰਦੇ ਹੋਣਗੇ ਕਿ ਇਸ ਵਾਰ ਬੀਜੇਪੀ ਦੀ ਜੇ ਸਰਕਾਰ ਨਹੀਂ ਬਣਨੀ, ਜਿਵੇਂ 5 ਸਾਲ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੇ ਤੁਹਾਨੂੰ ਐਮਐਲਏ ਬਣਾਇਆ, ਪਰ ਸਰਕਾਰ ਉੱਪਰ ਕਾਂਗਰਸ ਦੀ ਸੀਗੀ, ਇਸ ਕਰਕੇ ਸੁਜਾਨਪੁਰ ਦਾ ਉਹਨਾਂ ਵਿਕਾਸ ਨਹੀਂ ਹੋ ਪਾਇਆ ਜਿੰਨਾ ਤੁਸੀਂ ਵੀ ਚਾਹੁੰਦੇ ਹੋਵੋਗੇ, ਜੋ ਲੋਕਾਂ ਦੀ ਮੰਗ ਹੋਏਗੀ। ਤੇ ਇਹ ਨਾ ਹੋਵੇ ਕਿਤੇ ਲੋਕ ਕਹਿਣ ਕਿ ਨਹੀਂ ਯਾਰ ਇਸ ਵਾਰੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੇ ਆਪਾਂ ਉਧਰ ਵੋਟ ਪਾ ਦਈਏ, ਜਾਂ ਜੇ ਕਾਂਗਰਸ ਦੀ ਸਰਕਾਰ ਬਣਨੀ ਹੈ, ਕਿਉਂਕਿ ਬੀਜੇਪੀ ਦੀ ਸਥਿਤੀ ਹਜੇ ਉਨੀ ਸਟਰੋਂਗ ਨਹੀਂ ਹੈਗੀ। ਦੇਖੋ ਏਦਾਂ ਲੱਗਦਾ ਬੀਜੇਪੀ ਦੇ ਬਗੈਰ ਕਿਸੇ ਦੀ ਸਰਕਾਰ ਨਹੀਂ ਬਣਨੀ। ਬੜਾ ਵੱਡਾ ਦਾਅਵਾ ਕਰ ਰਹੇ ਹੋ। ਕਿੰਨੇ ਐਮਐਲਏ ਆਏ ਨੇ ਜੀ ਕਾਂਗਰਸ ਦੇ ਛੱਡ ਕੇ? ਬੀਜੇਪੀ ਇਕੱਲੇ ਸਰਕਾਰ ਬਣਾ ਸਕਦੀ ਹੈ, ਬੀਜੇਪੀ ਦੇ ਬਗੈਰ ਕਿਸੇ ਦੀ ਸਰਕਾਰ ਨਹੀਂ ਬਣਨੀ। ਬੀਜੇਪੀ ਦੀ ਸਰਕਾਰ ਬਣਨੀ, ਹੁਣ ਕਿੱਲੇ ਬਣਦੀ ਹੈ। ਇਹ ਥੋੜਾ ਜਿਹਾ ਤੁਸੀਂ ਕਿਉਂਕਿ ਐਕਸਪਲੇਨ ਕਰ ਸਕਦੇ ਹੋ ਆਪਣੇ ਜਜ਼ਬਾਤ, ਕੀ ਲੱਗਦਾ ਤੁਹਾਨੂੰ? ਕਿ ਕਿਸੇ ਨਾਲ ਵੀ ਬਣ ਸਕਦੀ ਹੈ, ਕਿੱਲੇ ਵੀ ਬਣਾ ਸਕਦੀ ਹੈ। ਇਹ ਤੇ ਟਾਈਮ ਦੱਸੇਗਾ ਆਉਣ ਵਾਲਾ ਵੀ ਕਿੱਦਾਂ ਹੁੰਦਾ। ਲੇਕਿਨ ਅਕਾਲੀ ਦਲ ਨੂੰ ਮਿਸ ਕਰਦੇ ਹੋ ਤੁਸੀਂ? ਪ੍ਰਚਾਰ ਕਰ ਰਹੇ ਹੋ, ਗਰਾਊਂਡ ਤੇ ਤਾਂ ਤੁਸੀਂ ਹੋ, ਮਿਸ ਕਰ ਰਹੇ ਹੋ ਅਕਾਲੀ ਦਲ? ਨਹੀਂ ਦੇਖੋ, ਉਹਨਾਂ ਦਾ ਖੁਦ ਛੱਡੀਏ ਬੀਜੇਪੀ ਨਾਲ ਜਿਹੜਾ ਅਲਾਈਅੰਸ ਤੋੜਿਆ, ਉਹਨਾਂ ਨੇ ਤੋੜਿਆ, ਅਸੀਂ ਤੋੜਿਆ। ਇਸ ਕਰਕੇ ਕੋਈ ਐਸੀ ਗੱਲ ਨਹੀਂ। ਅਕਾਲੀ ਦਲ ਆਪਣੀ ਜਗ੍ਹਾ, ਬੀਜੇਪੀ ਆਪਣੀ ਜਗ੍ਹਾ। ਬੀਜੇਪੀ ਦਾ ਬਹੁਤ ਸਟਰੋਂਗ ਹੋਲਡ ਹੈ ਸੁਜਾਨਪੁਰ 'ਚ। ਕੁਝ ਲੋਕ ਆਪਣੇ ਤੁਹਾਡੇ ਸਮਰਥਕ ਹੀ ਨੇ, ਕੀ ਲੱਗ ਰਿਹਾ ਤੁਹਾਨੂੰ ਤੁਹਾਡੇ ਉਮੀਦਵਾਰ ਇਸ ਵਾਰ ਫਿਰ ਵਿਧਾਨ ਸਭਾ 'ਚ ਬੈਠੇ ਨਜ਼ਰ ਆਣਗੇ ਤੁਹਾਨੂੰ? ਇੱਕ ਵਾਰ ਤਾਂ ਡਿਪਟੀ ਸਪੀਕਰ ਵੀ ਰਹਿ ਚੁੱਕੇ ਨੇ, ਕੀ ਲੱਗ ਰਿਹਾ ਤੁਹਾਨੂੰ ਨਜ਼ਰ ਆਣਗੇ ਵਿਧਾਨ ਸਭਾ 'ਚ? ਤੁਸੀਂ ਜੀ ਸੁਜਾਨਪੁਰ ਪੂਰਾ ਘੁੰਮ ਕੇ ਦੇਖ ਲੈਣਾ, ਇਹਨਾਂ ਤੋਂ ਲੋਕਪ੍ਰਿਯ ਧਰਤੀ ਪੁੱਤਰ ਔਰ ਜ਼ਮੀਨ ਦੇ ਨਾਲ ਜੁੜਾ ਹੋਇਆ ਨੇਤਾ ਤੁਹਾਨੂੰ ਕੋਈ ਨਹੀਂ ਨਜ਼ਰ ਆਏਗਾ। 3 ਵਾਰ ਜਿੱਤਣ ਦਾ ਇਹਨਾਂ ਦਾ ਕਾਰਨ ਹੀ ਹੈ ਕਿ ਸਵੇਰੇ ਇਹ 5 ਵਜੇ ਆਪਣੀ ਕੁਰਸੀ ਤੇ ਬਹਿ ਜਾਂਦੇ ਨੇ, ਔਰ ਇਹਨਾਂ ਦੇ ਬੜੇ ਅੱਛੇ ਵਿਚਾਰ ਨੇ ਕਿ ਜਿਹੜਾ ਇਹਨਾਂ ਦਾ ਆਮ ਜਨਤਾ ਹੈ, ਜਿਨ੍ਹਾਂ ਨੇ ਕੋਈ ਕੰਮਕਾਜ ਕਰਨਾ ਹੈ, ਦਿਹਾੜੀ ਲਾਉਣ ਜਾਣਾ ਹੈ ਮਜ਼ਦੂਰ, ਉਹਨੂੰ ਐਮਐਲਏ ਨੂੰ ਲੱਭਣ ਵਾਸਤੇ ਉਹਨੂੰ ਦਿਨ ਨਾ ਆਪਣਾ ਭੰਨਣਾ ਪਏ। ਇਸ ਕਰਕੇ 5 ਵਜੇ ਬਹਿ ਜਾਂਦੇ ਨੇ ਤਾਂ ਕਿ 8 ਵਜੇ ਜਿਹੜਾ ਆਪਣੇ ਕੰਮ ਤੇ ਜਾਣ ਵਾਲਾ ਬੰਦਾ ਉਹਦੀ ਸੁਣੇ। ਹਰ ਵਿਅਕਤੀ ਦਾ ਫੋਨ 5 ਵਜੇ ਤੁਸੀਂ ਜਨਤਾ ਨੂੰ ਮਿਲਣ ਲੱਗ ਪੈਂਦੇ ਹੋ। ਮੈਂ ਇਹ ਸਵਾਲ ਤੇ ਵੀ ਆਣਾ, ਪਹਿਲਾਂ ਤੁਸੀਂ ਕੰਪਲੀਟ ਕਰ ਲਓ। ਹਰ ਇੱਕ ਫੋਨ, ਚਾਹੇ ਕੋਈ ਛੋਟੇ ਬੱਚੇ ਦਾ ਫੋਨ ਹੈ ਜਿਹਨੂੰ ਕੋਈ ਸਮੱਸਿਆ ਹੈ, ਜਾਂ ਫਿਰ ਕਿਸੇ ਬਜ਼ੁਰਗ ਦਾ, ਮਾਤਾ ਪੈਣਾ, ਹਰ ਫੋਨ ਪਰਸਨਲੀ ਸੁਣਨਾ ਇਹਨਾਂ ਨੇ। ਹਰ ਵਿਅਕਤੀ ਨਾਲ ਇਹਨਾਂ ਦਾ ਦੁੱਖ ਸੁੱਖ ਦੇ ਵਿੱਚ ਆਣਾ ਜਾਣਾ ਹੈ ਪੂਰੇ ਵਿਧਾਨ ਸਭਾ ਦੇ ਵਿੱਚ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਜੀ, ਵਿਧਾਨ ਸਭਾ ਇਹਨਾਂ ਦਾ ਪਰਿਵਾਰ ਹੀ ਹੋ ਗਿਆ। ਹੁਣ ਇਹਨਾਂ ਦਾ ਆਪਣਾ ਪਰਸਨਲ ਪਰਿਵਾਰ ਜਿੱਦਾਂ ਕਹਿੰਦੇ ਆ ਨਾ, ਆਪਣਾ ਪਰਿਵਾਰਿਕ ਰਿਸ਼ਤੇਦਾਰੀ, ਨਾਤੇਦਾਰੀ, ਪੂਰੀ ਵਿਧਾਨ ਸਭਾ ਜਿਹੜੀ ਹੈ ਉਹ ਦਿਨੇਸ਼ ਜੀ ਦੀ ਹੁਣ ਇੱਕ ਪਰਿਵਾਰ ਹੈ। ਹਰ ਘਰ ਦਾ ਹਰ ਬੱਚਾ, ਇਹਨਾਂ ਨੂੰ ਕੋਈ ਪ੍ਰਚਾਰ ਦੀ ਲੋੜ ਨਹੀਂ ਕਿਸੇ ਪ੍ਰਕਾਰ ਦਾ। ਕੋਈ ਨਵਾਂ ਜਿੱਦਾਂ ਕੈਂਡੀਡੇਟ ਆਉਂਦਾ ਹੈ ਤੇ ਬਹੁਤ ਕੁਝ ਪ੍ਰਚਾਰ ਪ੍ਰਸਾਰ ਹੁੰਦਾ, ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ। ਹਰ ਵਿਅਕਤੀ ਜਾਣਦਾ ਹੈ ਕਿ ਦਿਨੇਸ਼ ਸਿੰਘ ਜਿਹੜੇ ਨੇ ਉਹ ਆਮ ਜਨਤਾ ਦੇ ਨੇਤਾ ਨੇ, ਆਮ ਪਰਿਵਾਰ ਤੋਂ ਉੱਠੇ ਹੋਏ ਨੇ, ਜ਼ਮੀਨ ਦੇ ਨਾਲ ਜੁੜੇ ਹੋਏ ਨੇ, ਉਹ ਲੋਕਾਂ ਦੀ ਚਿੰਤਾ ਕਰਦੇ ਨੇ, ਆਪਣੇ ਪਰਿਵਾਰ ਦੀ ਚਿੰਤਾ। ਚਲੋ ਪ੍ਰਚਾਰ ਦੀ ਲੋੜ ਨਹੀਂ, ਕਹਿੰਦੇ ਕਿ ਹਰ ਵੇਲੇ ਲੋਕਾਂ ਦੇ ਨਾਲ ਰਹਿੰਦੇ, ਪਰ ਕੁਝ ਸਮੱਸਿਆਵਾਂ ਸੁਜਾਨਪੁਰ ਦੀਆਂ ਜ਼ਰੂਰ ਹੋਣਗੀਆਂ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਆਪਾਂ ਜੇ ਦਿਨੇਸ਼ ਕੁਮਾਰ ਬੱਬੂ ਹੋਣਾ ਤੇ ਦੁਬਾਰਾ ਯਕੀਨ ਕਰਦੇ ਆ ਤੇ ਇਹ ਸਮੱਸਿਆਵਾਂ ਦੂਰ ਕਰਨ, ਐਮਐਲਏ ਸਾਹਿਬ ਆ ਕੇ ਇਹ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕਰਨ। ਦੇਖੋ ਜੀ, ਪਹਿਲੇ ਵੀ ਜੋ ਵੀ ਸੁਜਾਨਪੁਰ ਦੀ ਸਮੱਸਿਆ ਸੀਗੀਆਂ 80% ਦਿਨੇਸ਼ ਸਿੰਘ ਬੱਬੂ ਜੀ ਨੇ ਹੀ ਕੀਤੀਆਂ। ਹੁਣ ਵੀ ਜੋ ਰਹਿ ਗਈ ਦੀਆਂ ਉਹ ਵੀ ਸਮੱਸਿਆ ਦਿਨੇਸ਼ ਸਿੰਘ ਬੱਬੂ ਜੀ ਹੀ ਹੱਲ ਕਰਨਗੇ। ਇਨ ਤੋਂ ਜਨਤਾ ਇਹਨਾਂ ਤੋਂ ਜ਼ਿਆਦਾ ਹੋਰ ਕਿਸੇ ਨੂੰ ਪਿਆਰ ਨਹੀਂ ਕਰਦੀ, ਔਰ ਦਿਨੇਸ਼ ਸਿੰਘ ਬੱਬੂ ਜੀ ਚੌਥੀ ਵਾਰ ਇੱਥੋਂ ਜਿੱਤ ਕੇ ਵਿਧਾਨ ਸਭਾ 'ਚ ਜਾਣ ਵਾਲੇ ਨੇ। ਇਹ ਬੱਬੂ ਜੀ, ਮੈਂ ਵੀ ਗੱਲ ਬੜੀ, ਜਦੋਂ ਦਾ ਮੈਂ ਇਸ ਹਲਕੇ 'ਚ ਹੈਗਾ, ਘੁੰਮ ਰਿਹਾ, ਹੁਣੇ ਵਿਚਰ ਰਿਹਾ, ਲੋਕ ਕਹਿੰਦੇ ਕਿ 5 ਵਜੇ ਉੱਠ ਜਾਂਦੇ ਨੇ ਐਮਐਲਏ ਸਾਹਿਬ, 5 ਵਜੇ ਹੀ ਲੋਕ ਮਿਲਣੀ ਸ਼ੁਰੂ ਕਰ ਦਿੰਦੇ ਨੇ। ਇਹ ਕੀ ਰਾਜ ਹੈਗਾ 5 ਵਜੇ ਸਵੇਰੇ? ਸਰਦੀਆਂ 'ਚ ਵੀ ਇਸੇ ਤਰ੍ਹਾਂ ਚੱਲਦੀ ਤੁਹਾਡੀ ਰੂਟੀਨ? ਸਰਦੀਆਂ 'ਚ ਵੀ ਇਸ ਤਰ੍ਹਾਂ ਰੂਟੀਨ। ਦੇਖੋ ਗੱਲ ਇਹ ਹੈ ਕਿ ਸਾਡਾ ਪੇਂਡੂ ਇਲਾਕਾ, ਸ਼ਹਿਰ ਥੋੜਾ ਆ। ਜਿਹੜੇ ਪਿੰਡਾਂ ਦੇ ਲੋਕ ਵਿਚਾਰੇ ਜਿਹਨੇ ਦਿਹਾੜੀ ਲਾਣੀ ਹੈ, ਜੇ ਐਮਐਲਏ ਉੱਠੇਗਾ ਹੀ 9-10 ਵਜੇ ਤਾਂ ਉਹਦੀ ਦਿਹਾੜੀ ਕਿੱਥੇ ਲਾਣੀ ਹੈ? ਇਸ ਕਰਕੇ ਅਸੀਂ 5 ਵਜੇ ਉੱਠ ਕੇ 6 ਵਜੇ ਬਹਿ ਜਾਂਦੇ ਹਾਂ। ਜਿਹੜਾ ਮਰਜ਼ੀ ਆਇਆ, ਹਰ ਕਿਸੇ ਦੀ ਗੱਲ ਸੁਣਨੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਠੀਕ ਹੈ ਜੀ। ਔਰ ਹਰ ਵਿਅਕਤੀ ਦਾ ਕੰਮ ਕਰਨਾ, ਹਰ ਵਿਅਕਤੀ ਦੇ ਦੁੱਖ ਸੁੱਖ 'ਚ ਸ਼ਾਮਲ ਹੋਣਾ। ਇਸ ਕਰਕੇ ਕੋਈ ਬਿਮਾਰ ਹੈ ਉਹਦੇ ਨਾਲ ਉੱਠ ਕੇ ਚੱਲ ਪਾਉਣਾ, ਕੋਈ ਬੱਚੇ ਪੜ੍ਹਾਉਣੇ ਨੇ, 1200 ਦੇ ਕਰੀਬ ਮੈਂ ਬੱਚੇ ਪੜ੍ਹਾ ਗਿਆ। ਉਹ ਕਿਵੇਂ? ਦੇਖੋ ਸਾਰੇ ਦੇ ਸਪੋਰਟ ਨਾਲ 1200 ਬੱਚਾ ਮੈਂ ਐਸਾ ਪੜ੍ਹਾਇਆ ਸੁਜਾਨਪੁਰ 'ਚ, ਜਿਹੜੇ ਪਰਿਵਾਰ ਆਪਣੇ ਨਾਲ ਚੱਲੇ ਦੇ ਇਹ, ਠੀਕ ਹੈ ਜੀ। ਦੇਖੋ ਅਸੀਂ ਕਿਸੇ ਨੂੰ ਨੌਕਰੀ ਦੇ ਨਹੀਂ ਸਕਦੇ, ਕਿਸੇ ਆਪਣੇ ਵਰਕਰ ਨੂੰ, ਲੇਕਿਨ ਇਹ ਹੈ ਕਿ ਆਪਾਂ ਉਹਨਾਂ ਦੇ ਬੱਚੇ ਪੜ੍ਹਾਉਣਾ ਸ਼ੁਰੂ ਕੀਤੇ ਕਰਕੇ ਚਲੋ ਬੱਚੇ ਪੜ੍ਹਨਗੇ
ਪਰਿਵਾਰ 'ਚ ਕੋਈ ਪੜ੍ਹ ਲਿਖ ਕੇ ਕੋਈ ਇੱਕ ਵਿਅਕਤੀ ਵੀ ਕੋਈ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਵੀ ਲੱਗ ਜੇ, ਚਲੋ ਉਸ ਪਰਿਵਾਰ ਦਾ ਸਾਰਾ ਜੀਵਨ ਜਿਹੜਾ ਠੀਕ ਹੋ ਜਾਂਦਾ ਕਰਕੇ। ਚਲੋ ਤੁਸੀਂ ਕਹਿ ਰਹੇ ਸੀਗੇ ਕਿ 5 ਸਾਲਾਂ 'ਚ ਉਹ ਵਿਕਾਸ ਜੋ ਤੁਸੀਂ ਕਰਨਾ ਚਾਹੁੰਦੇ ਸੀ, ਕਿਉਂਕਿ ਸਰਕਾਰ ਉੱਪਰ ਨਹੀਂ ਸੀਗੀ, ਸ਼ਾਇਦ ਉਹ ਵਿਕਾਸ ਇਸ ਹਲਕੇ 'ਚ ਨਹੀਂ ਹੋ ਪਾਇਆ। ਦਿਨੇਸ਼ ਕੁਮਾਰ ਬੱਬੂ ਦੇ ਪਰਸਨਲੀ ਕੀ ਫੀਲ ਕਰਦੇ ਹੈ ਕਿ ਮੈਂ ਇਸ ਹਲਕੇ ਦੇ ਲਈ ਇੱਕ ਪ੍ਰੋਜੈਕਟ ਲੈਣਾ ਚਾਹੁੰਦਾ ਜੋ ਹਜੇ ਤੱਕ ਨਹੀਂ ਆ ਪਾਇਆ, ਜਾਂ ਮੈਂ ਕੰਮ ਕਰਨਾ ਚਾਹੁੰਦਾ ਜੋ ਹਜੇ ਤੱਕ ਨਹੀਂ ਹੋ ਪਾਇਆ? ਦੇਖੋ ਮੇਰੀ ਉਹ ਤੇ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਜੇ ਸਰਕਾਰ ਆਪਣੀ ਆ ਜਾਏ ਨਾ ਜੀ, ਜੇ ਬੀਜੇਪੀ ਦੀ ਪੰਜਾਬ ਸਰਕਾਰ ਆ ਜਾਏ, ਆਪਾਂ ਰੁਜ਼ਗਾਰ ਵਾਸਤੇ ਸਭ ਤੋਂ ਜ਼ਿਆਦਾ ਜ਼ੋਰ ਲਗਾਉਣਾ ਕਿ ਸੁਜਾਨਪੁਰ 'ਚ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਦੂਸਰੀ ਗੱਲ ਹੈ ਕਿ ਜਿਹੜਾ ਇੱਕ ਬੱਸ ਸਟੈਂਡ ਦਾ ਕੰਮ ਹੈ ਸੁਜਾਨਪੁਰ 'ਚ, ਉਹ ਜ਼ਰੂਰੀ ਹੈ। ਬਾਕੀ ਦੇ ਕੰਮ ਲਗਭਗ ਕੰਪਲੀਟ ਹੋ ਗਏ ਨੇ ਕਰਕੇ ਤਾਰਬਲਾ 'ਚ ਥੋੜੀ ਜਿਹੀ ਪਾਣੀ ਦੀ ਕਮੀ ਪੇਸ਼ੀ ਹੈ, ਉਹ ਵੀ ਠੀਕ ਕਰਦੀ ਹੈ। ਬਾਕੀ ਤੇ ਡਿਵੈਲਪਮੈਂਟ ਚੱਲਦੀ ਰਹਿਣੀ ਕਰਕੇ। ਡਿਵੈਲਪਮੈਂਟ ਲਈ ਸਰਕਾਰ ਜ਼ਰੂਰੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ, ਜ਼ਿਕਰ ਕਰ ਰਹੇ ਹੋ, ਕਿਉਂਕਿ ਤੁਸੀਂ ਉਮੀਦਵਾਰ ਹੋਗੇ, ਤੁਸੀਂ ਮੈਦਾਨ ਦੇ ਵਿੱਚ ਚੋਣ ਲੜਨਾ, ਤੁਸੀਂ ਬੀਜੇਪੀ ਨੂੰ ਉੱਥੋਂ ਸਟਰੋਂਗ ਕਰਕੇ ਵਿਧਾਨ ਸਭਾ 'ਚ ਬੀਜੇਪੀ ਦੀ ਤਸਵੀਰ ਬਦਲਣੀ ਹੈ। ਪਰ ਜੇ ਸਥਿਤੀ, ਕਿਉਂਕਿ ਤੁਸੀਂ ਵੀ ਲੋਕਾਂ ਨਾਲ ਗੱਲ ਕਰਦੇ ਹੋਗੇ, ਲੋਕਾਂ ਨੂੰ ਸਮਝ ਨਹੀਂ ਆ ਰਹੀ, ਕਹਿੰਦੇ ਇਸ ਵਾਰੀ ਹੰਗ ਅਸੈਂਬਲੀ ਦੀ ਗੱਲ ਆ ਰਹੀ ਹੈ। ਜੇ ਹੰਗ ਅਸੈਂਬਲੀ ਵਾਲੀ ਸਥਿਤੀ ਬਣਦੀ ਹੈ ਤਾਂ ਪੋਸਟ ਪੋਲ ਅਲਾਈਅੰਸ ਕੀਤਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਨਾਲ ਵੀ, ਜੇ ਉਹਨਾਂ ਦੀ ਵੀ ਸਥਿਤੀ ਵਧੀਆ ਰਹੀ ਔਰ ਜੇ ਤੁਹਾਡੀ ਵੀ ਸਥਿਤੀ ਵਧੀਆ ਰਹੀ ਔਰ ਸਰਕਾਰ ਬਣਾਉਣ ਲਈ ਆંકੜਿਆਂ ਦੀ ਲੋੜ ਪਈ, ਤਾਂ ਹੋ ਸਕਦਾ ਹੈ ਕਿ ਇਹ ਆਪਸ ਦੇ ਵਿੱਚ ਗੱਠਜੋੜ ਦੁਆਰਾ ਹੋ ਜਾਵੇ। ਜਿਹੜੇ ਮੈਦਾਨ 'ਚ ਉਮੀਦਵਾਰ ਖੜੇ ਨੇ, ਜੋ ਤੈਅ ਕਰਨਾ ਉਹ ਤਾਂ ਪਾਰਟੀ ਨੇ ਕਰਨਾ ਹੋਊਗਾ ਬਾਅਦ 'ਚੋਂ, ਜਿਹੜੇ ਲੜਨਾ, ਜਿਨ੍ਹਾਂ ਨੇ ਵੋਟਾਂ ਲੈਣੀਆਂ ਲੋਕਾਂ ਦੀਆਂ, ਉਹਨਾਂ ਦੀ ਕੀ ਸੋਚ ਹੈ, ਤੁਹਾਡੀ ਕੀ ਸੋਚ ਹੈ? ਦੇਖੋ ਇਹ ਤੇ ਫੈਸਲੇ ਪਾਰਟੀ ਹਾਈ ਕਮਾਂਡ ਨੇ ਲੈਣੇ ਨਾ, ਕਿਹਦੇ ਨਾਲ ਅਲਾਈਅੰਸ ਕਰਨਾ, ਕਿਹਦੇ ਨਾਲ ਨਹੀਂ ਕਰਨਾ। ਇਹ ਤੇ ਪਰਸਨਲੀ ਤੁਹਾਡੀ ਕੀ ਸੋਚ ਹੈ? ਪਰਸਨਲੀ ਦੱਸ। ਇਹ ਤੇ ਮੌਕੇ ਦੀ ਨਜ਼ਾਕਤ ਹੀ ਹੈ ਨਾ, ਮੌਕੇ ਤੋਂ ਉਸ ਲਈ ਕੀ ਹੁੰਦਾ, ਹੋ ਸਕਦਾ ਬੀਜੇਪੀ ਦੀ ਕਿੱਲੀ ਸੀਟਾਂ ਆ ਜਾਣ, ਕੱਲੀ ਆ ਜਾਣ ਸੀਟਾਂ। ਬੀਜੇਪੀ ਦੇ ਆਰੋਪ ਬੜੇ ਲੱਗ ਰਹੇ, ਕਹਿੰਦੇ ਈਡੀ ਭੇਜ ਦਿੰਦੇ, ਜਿਹੜਾ ਗੱਲ ਨਾ ਮੰਨੇ। ਅੱਜ ਸੀਐਮ ਚੰਨੀ ਦੇ ਭਤੀਜੇ ਦੇ ਘਰ ਵੀ ਈਡੀ ਦੀ ਰੇਡ ਪੈ ਗਈ, ਔਰ ਤੁਹਾਡੇ ਇਲਾਕੇ ਪਠਾਨਕੋਟ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਈਆਂ ਦੇ ਘਰ ਈਡੀ ਦੀ ਰੇਡ ਪੈ ਗਈ। ਤਾਂ ਇਹ ਹੱਥਕੰਡਾ ਤੇ ਨਹੀਂ ਅਪਣਾ ਰਹੀ ਕਿਤੇ ਬੀਜੇਪੀ, ਤਾਂ ਸੀਟਾਂ ਆਣਗੀਆਂ ਜੇ ਈਡੀ ਪੂਰੀ ਮਦਦ ਕਰੇਗੀ? ਦੇਖੋ ਜਿਨ੍ਹਾਂ ਦੇ ਘਰ ਈਡੀ ਦੇ ਛਾਪੇ ਪਏ ਨਾ, ਉਹ ਘਬਰਾਉਂਦੇ ਕਿਉਂ ਨਾ? ਜੇ ਉਹ ਸੱਚੇ ਨੇ ਤਾਂ ਪਰਵਾਹ ਕੋਈ ਨਹੀਂ, ਈਡੀ ਜਿੰਨਾ ਜੋ ਮਰਜ਼ੀ ਕਰ ਲੇ। ਤੇ ਜੇ ਕਿਸੇ ਨਾ ਕਿਸੇ ਕੋਈ ਗਲਤੀ ਕੀਤੀ ਹੋਏਗੀ, ਕੋਈ ਗਲਤ ਕੁਝ ਕੀਤਾ ਹੋਏਗਾ, ਤਾਂ ਉਹਨਾਂ ਨੇ ਫੜ ਹੀ ਲੈਣਾ। ਬਿਲਕੁਲ ਦਿਨੇਸ਼ ਕੁਮਾਰ ਬੱਬੂ ਜੀ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ, ਆ ਗਏ ਨੇਤਾ ਜੀ। ਮੈਂ ਇੱਕ ਵਾਰ ਫਿਰ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਮੁਕਾਬਲਾ ਕਿਹਦੇ ਨਾਲ ਮਹਿਸੂਸ ਹੋ ਰਿਹਾ ਤੁਹਾਨੂੰ? ਆਮ ਆਦਮੀ ਪਾਰਟੀ ਜ਼ਿਆਦਾ ਸਟਰੋਂਗ ਹੋਏਗੀ ਜਾਂ ਕਾਂਗਰਸ ਦੇ ਉਮੀਦਵਾਰ ਤੁਹਾਡੇ ਸਾਹਮਣੇ ਜ਼ਿਆਦਾ ਸਟਰੋਂਗ ਹੋਣਗੇ? ਨੋਮੀਨੇਸ਼ਨ ਆਉਂਦੇ ਹੋ, ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕੌਣ ਆਉਂਦਾ ਫਿਰ ਪਤਾ ਲੱਗਣਾ। ਅਜੇ ਤੱਕ ਪੋਜੀਸ਼ਨ ਕੁਛ ਨਹੀਂ, ਕਿਹਦੇ ਨਾਲ ਮੁਕਾਬਲਾ ਹੁੰਦਾ ਕਰਕੇ। ਚਲੋ ਫਿਰ ਮੈਂ ਮੋਸਟ ਪ੍ਰੋਬਬਲੀ ਕਾਂਗਰਸ ਬੀਜੇਪੀ ਦਾ ਮੁਕਾਬਲਾ ਹੈ। ਕਾਂਗਰਸ ਬੀਜੇਪੀ ਦਾ ਮੁਕਾਬਲਾ ਹੈ। ਕੰਟਰੋਵਰਸੀਜ਼ ਦੀ ਗੱਲ ਮੈਂ ਤੁਹਾਡੇ ਨਾਲ ਕਰ ਲੈਂਦਾ। ਇੱਕ ਕੰਟਰੋਵਰਸੀ ਹਾਲ ਦੇ ਵਿੱਚ ਤੁਹਾਡੇ ਨਾਲ ਜੁੜ ਗਈ, ਸਨੀ ਦਿਓਲ ਦੀ ਇੱਕ ਚਿੱਠੀ ਥਾਰ ਗੱਡੀ ਨੂੰ ਲੈ ਕੇ ਵਾਇਰਲ ਹੋ ਗਈ। ਇਹ ਬੜੀ ਕੰਟਰੋਵਰਸੀ, ਬੜਾ ਚਰਚਾ ਦਾ ਵਿਸ਼ਾ ਬਣਿਆ। ਹੋਇਆ ਕੀ ਸੀਗਾ, ਇਹ ਕੀ ਇਨਸੀਡੈਂਟ ਸੀ? ਦੇਖੋ ਐਜ਼ ਏ ਪੱਤਰਕਾਰ ਤੁਸੀਂ ਦੱਸ ਦਿਓ ਵੀ ਉਸ 'ਚ ਗਲਤ ਕੀ ਹੈ। ਮੈਂ ਡਿਪਟੀ ਸਪੀਕਰ ਹੁੰਦੇ ਹੋਏ ਆਪਣੇ ਲੈਟਰ ਤੇ ਬੈਠ ਤੇ ਲਿਖ ਕੇ ਭੇਜਣਾ ਕਿ ਇਹਨਾਂ ਨੂੰ ਗੱਡੀ ਜਲਦੀ ਦੇ ਦਿਓ, ਉਹ ਗਲਤ ਕੀ ਹੈ? ਵੈਸੇ ਨਾ ਇਹ ਚੀਜ਼ ਪੱਤਰਕਾਰਾਂ ਨੂੰ ਉਛਾਲਣੀ ਨਹੀਂ ਚਾਹੀਦੀ, ਇਹ ਕੋਈ ਮੁੱਦਾ ਹੀ ਨਹੀਂ। ਲੇਕਿਨ ਚਲੋ ਵਿਰੋਧੀਆਂ ਦੇ ਵੱਲੋਂ ਉਛਾਲੀ ਜਾ ਰਹੀ ਸੀਗੀ, ਵਿਰੋਧੀ ਸਵਾਲ ਚੱਕ ਰਹੇ ਸੀਗੇ। ਨਹੀਂ, ਵਿਰੋਧੀਆਂ ਨੂੰ ਪੁੱਛੋ ਵੀ ਉਹ 'ਚ ਹੈ ਕੀ। ਜੇ ਮੈਂ ਕੋਈ ਗੱਡੀ ਲੈਣਾ ਚਾਹੁੰਦਾ, ਮੈਂ ਸਨੀ ਦਿਓਲ ਕੋਲ ਲਿਖਵਾ ਲਿਆ ਵੀ ਜਲਦੀ ਦੇ ਦਿਓ, ਕਿ ਉਹਦੀ ਫਰਕ ਹੈ? ਐਮਐਲਏ ਹੈ, ਉਹ ਐਮਪੀ ਹੈ। ਮੈਂ ਐਮਐਲਏ ਹੁੰਦੇ ਹੋਏ 5-5 6-6 ਵਾਰੀ ਆਪਣੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਕਿ ਉਹਦੀ ਵੀਕਲੇਟ ਤੋਂ ਜੀ ਗੱਡੀ ਜਲਦੀ ਦੇ ਦਿਓ, ਉਹਦੇ ਕੀ ਫਰਕ ਹੈ? ਉਹਦੇ 'ਚ ਕੋਈ ਕ੍ਰਾਈਮ ਹੈ, ਤੁਸੀਂ ਦੱਸ ਦਿਓ। ਜੇ ਕੋਈ ਕ੍ਰਾਈਮ ਹੈ ਜਾਂ ਗਲਤ ਹੋਇਆ ਦੱਸੋ ਗੱਲ ਕਰਕੇ, ਠੀਕ ਹੈ? ਵਿਰੋਧੀਆਂ ਨਾਲ ਉਛਾਲੀ ਜਾਣ। ਮੈਂ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ ਦਿਨੇਸ਼ ਕੁਮਾਰ ਬੱਬੂ ਜੀ। ਇੱਕ ਆਖਰੀ ਸਵਾਲ, ਕਿੰਨੀ ਲੀਡ ਦੀ ਉਮੀਦ ਕਰਦੇ ਹੋ ਜੇ ਲੋਕ ਤੁਹਾਡੇ ਤੇ ਭਰੋਸਾ ਜਤਾਉਂਦੇ ਨੇ? ਦੇਖ ਲਓ, ਤੁਸੀਂ ਦੇਖ ਲਿਆ ਨਾ ਜੀ, ਕਾਂਗਰਸ ਦੀ ਜੇ ਹਵਾ 'ਚ ਜਿਸਲੇ ਕਾਂਗਰਸ ਦੀ ਲਹਿਰ ਚੱਲੇਗੀ, ਉਸਲੇ 18,400 ਵੋਟਾਂ ਨਾਲ ਭਾਰਤੀ ਜਨਤਾ ਪਾਰਟੀ ਜਿੱਤਦੀ, ਤੇ ਉਸ ਤੋਂ ਵੱਧ ਹੀ ਆਣੀ ਘਟਦੇ ਆਣੀ। ਉਮੀਦ ਕਰਦੇ ਹਾਂ ਤੁਸੀਂ ਲੋਕਾਂ ਦੀ ਉਮੀਦ ਤੇ ਖਰੇ ਉਤਰੋ। ਇਹ ਸਨ ਦਿਨੇਸ਼ ਕੁਮਾਰ ਬੱਬੂ, ਸੁਜਾਨਪੁਰ ਤੋਂ ਵਿਧਾਇਕ ਨੇ, ਬੀਜੇਪੀ ਦੇ ਵਾਰ ਫਿਰ ਉਮੀਦਵਾਰ ਬਣਨ ਜਾ ਰਹੇ ਨੇ ਔਰ ਦਾਅਵਾ ਕਰ ਰਹੇ ਨੇ ਕਿ ਜਦੋਂ ਕਾਂਗਰਸ ਦੀ ਲਹਿਰ ਦੇ ਵਿੱਚ 18,000 ਤੋਂ ਵੱਧ ਵੋਟਾਂ ਨਾਲ ਜਿੱਤ ਇਹਨਾਂ ਨੇ ਹਾਸਲ ਕੀਤੀ ਹੈ ਤਾਂ ਇਸ ਵਾਰ ਤਾਂ ਤਸਵੀਰ ਹੋਰ ਬਦਲੇਗੀ। ਔਰ ਦਾਅਵਾ ਇਹਨਾਂ ਦਾ ਵੀ ਹੈ ਕਿ ਬੀਜੇਪੀ ਦੀ ਸਰਕਾਰ ਵੀ ਬਣ ਸਕਦੀ ਹੈ ਪੰਜਾਬ ਦੇ ਵਿੱਚ, ਔਰ ਸੁਜਾਨਪੁਰ ਦੇ ਜਿਹੜੇ ਰਹਿੰਦੇ ਮਸਲੇ ਨੇ ਉਹਨਾਂ ਦਾ ਹੱਲ ਵੀ ਕੀਤਾ ਜਾਏਗਾ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਾਂਸ਼ੂ ਗਾਬਾ, ਦੈਨਿਕ ਸਵੇਰਾ ਟੀਵੀ, ਸੁਜਾਨਪੁਰ।